स्टूडेंट्स थोड़ा वेलकम है लेक्चर 3 MCES सब्जेक्ट बारे माइक्रो कंट्रोलर एंड एम्बेडेड सिस्टम्स। ਅਸੀਂ ਆਲਰੇਡੀ ਦੋ ਲੈਕਚਰ ਜਿਹੜੇ ਦੋ ਵੀਡੀਓਜ਼ ਆਪਾਂ ਕਵਰ ਕਰ ਚੁੱਕੇ ਹਾਂ ਇਸ ਸਬਜੈਕਟ ਦੇ ਬਾਰੇ। ਅੱਜ ਆਪਾਂ ਥਰਡ ਲੈਕਚਰ ਡਿਸਕਸ ਕਰਾਂਗੇ MCES ਸਬਜੈਕਟ ਦੇ ਬਾਰੇ। ਅਸੀਂ ਲਾਸਟ ਵੀਡੀਓ 'ਚ 8051 ਦਾ ਬਲੌਕ ਡਾਇਗਰਾਮ ਸਟਾਰਟ ਕਰ ਚੁੱਕੇ ਸੀਗੇ। ਉਹ 'ਚ ਆਪਾਂ CPU ਤੇ ਪ੍ਰੋਗਰਾਮ ਮੈਮਰੀ ਦੋ ਬਲੌਕ ਆਪਾਂ ਡਿਸਕਸ ਕਰ ਲਏ ਸੀਗੇ। ਹੁਣ ਆਪਾਂ ਜਿਹੜੇ ਬਾਕੀ ਬਲੌਕਸ ਹੈ 8051 ਬਲੌਕ ਡਾਇਗਰਾਮ ਦੇ ਉਹ ਅੱਜ ਦੀ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ। ਇਹ ਆਪਣਾ 8051 ਦਾ ਬਲੌਕ ਡਾਇਗਰਾਮ ਹੈ। ਇਹ 'ਚ ਦੇਖੋ ਸਾਰੇ ਬਲੌਕਸ ਲੱਗੇ ਹੋਏ ਹੈ। CPU, ROM, RAM, ਟਾਈਮਰ, ਸੀਰੀਅਲ ਪੋਰਟ, ਇਨਪੁਟ ਆਊਟਪੁੱਟ ਪੋਰਟਸ, ਬਸ ਕੰਟਰੋਲ, ਓਸੀਲੇਟਰ ਤੇ ਇੰਟਰਪਟ ਕੰਟਰੋਲ। CPU ਆਪਾਂ ਦੇਖਿਆ ਸੀਗਾ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੁੰਦਾ ਵੈ ਜਿਸ 'ਚ ALU ਤੇ CU ਲੱਗਾ ਹੁੰਦਾ ਵੈ, ਜਿਸ 'ਚ ਆਪਣੀ ਮੈਕਸਿਮਮ ਜਿਹੜੀ ਪ੍ਰੋਸੈਸਿੰਗ ਹੈ ਉਹ ਸਾਰੀ CPU ਹੀ ਕਵਰ ਕਰਦਾ ਵੈ। ਤੇ ਪ੍ਰੋਗਰਾਮ ਮੈਮਰੀ ਆਪਾਂ ਕੀਤੀ ਸੀ ਡਿਸਕਸ ਆਪਣੀ 4K ਦੀ ਹੁੰਦੀ ਹੈ ਜੋ ਕਿ ROM ਹੈ, ਰੀਡ ਓਨਲੀ ਮੈਮਰੀ, ਜਿਸ 'ਚ ਆਪਾਂ ਆਪਣਾ ਪ੍ਰੋਗਰਾਮ ਸਟੋਰ ਕਰਦੇ ਹਾਂ। ਹੁਣ ਅੱਗੇ ਆਪਾਂ ਡੇਟਾ ਮੈਮਰੀ ਬਾਰੇ ਡਿਸਕਸ ਕਰਾਂਗੇ ਜੋ ਕਿ ਆਪਣੀ RAM ਹੈ 8051 'ਚ, ਜਿਹਦਾ ਸਾਈਜ਼ 128 ਬਾਈਟਸ ਹੈ। RAM ਮਤਲਬ ਰੈਂਡਮ ਐਕਸੈਸ ਮੈਮਰੀ। ਹੁਣ ਡੇਟਾ ਮੈਮਰੀ ਦੇਖੋ, data memory in a microcontroller is responsible for storing values of variables, temporary data, intermediate results and other data for proper operation of the program। मीन्स कि जी डेटा मेमरी है वो अपना डेटा स्टोर करती है। एक वोलेटाइल मेमरी है जो कि टैंपरेरी डेटा होवे या फिर कोई वेरीएबल्स होन, इंटरमीडिएट कोई रिजल्ट आ रहा है या फिर कोई होर डाटा है। अगर आप किसी ऑपरेशन वास्ते अपन रिक्वायर्ड है तो आप डेटा मेमरी का इस्तेमाल करते हैं। डेटा मेमरी इज़ ऑफन कॉल्ड एज RAM, रैंडम एक्सेस मेमरी, विच इज़ अ टाइप ऑफ वोलेटाइल मेमरी। डेटा मेमरी जी अपनी बेसिकली है वो RAM है। RAM मतलब रैंडम एक्सेस मेमरी जो कि एक वोलेटाइल मेमरी है। वोलेटाइल मतलब की है कि ਜਦੋਂ ਆਪਾਂ ਪਾਵਰ ਡਾਊਨ ਕਰਾਂਗੇ ਜਾਂ ਆਪਾਂ ਰੀਸੈਟ ਕਰਾਂਗੇ ਤਾਂ ਜਿਹੜਾ ਡੇਟਾ ਸਟੋਰ ਹੋਏਗਾ ਡੇਟਾ ਮੈਮਰੀ 'ਚ ਉਹ ਆਪਣਾ ਕੀ ਹੋ ਜਾਏਗਾ, ਉਹ ਲੋਸਟ ਹੋ ਜਾਏਗਾ। ਮੀਨਸ ਉਹ ਆਪਣੇ ਕੋਲ ਨਹੀਂ ਸੇਵ ਰਹੇਗਾ। ਜਦੋਂ ਆਪਾਂ ਰੀਫਰੈਸ਼ ਕਰਾਂਗੇ ਜਾਂ ਆਪਾਂ ਜਦੋਂ ਪਾਵਰ ਡਾਊਨ ਕਰਾਂਗੇ ਫਿਰ ਜਦੋਂ ਦੁਬਾਰਾ ਆਪਾਂ ਔਨ ਕਰਾਂਗੇ ਸਿਸਟਮ ਨੂੰ ਤਾਂ ਉਹ ਜਿਹੜਾ ਡੇਟਾ ਹੈ ਉਹ ਕੀ ਹੋਏਗਾ, ਉਹ ਲੋਸ ਹੋ ਜਾਏਗਾ, ਮੀਨਸ ਉਹ ਖਤਮ ਹੋ ਜਾਏਗਾ। तो इसलिए आप डेटा मैमरी जी आप यूज़ करते हैं RAM। जो आप नवा डेटा प्रोसैस करना है तो आप जो पुराना डेटा से अपन की करना पड़ेगा, इरेज करना पड़ेगा। जो आप पावर ऑफ करा फिर आप पावर ऑन करा तो डेटा अपने आप ही उस खत्म हो जाएगा। 8051 हैज़ 128 बाइट्स इन बिल्ट RAM। 8051 इन बिल्ट 128 बाइट्स है। तो एड्रैस बस अपनी जिदा 16 बिट की होंगी है तो मैक्सीमम मैमरी अपनी कितनी हो सकती है 64K। लेकिन RAM जी अपनी डेटा मैमरी है वो अपनी इनबिल्ट कितनी है 128 बाइट्स। इट इज़ जनरली ऑर्गेनाइज्ड एज रजिस्टर्स एंड इंक्लूड्स बोथ स्पेशल फंक्शन रजिस्टर्स SFR एंड यूज़र एक्सेसिबल मैमरी लोकेशंस। हुण इच की हुंदा वा डेटा मैमरी जी अपनी RAM है 8051 की, इच रजिस्टर्स होंगे है। रजिस्टर मतलब दैट इज़ यूज टू स्टोर अ टैंपरेरी डाटा। जो आप प्रोसैसिंग करते हैं जो 8051 जो CPU है वो प्रोसैसिंग करता वै तो रजिस्टर डाटा स्टोर करते हैं। तो रजिस्टर इत स्टोर होंगे डाटा मैमरी तो इत स्पैशल फंक्शन रजिस्टर भी होंगे हैं जोड़े कि किसी पर्टिकुलर फंक्शन वास्ते ही यूज़ किए जा सकते हैं।
ਤੇ ਇਹ 'ਚ ਬਾਕੀ ਜਿਹੜੀ ਮੈਮਰੀ ਬਚ ਜਾਂਦੀ ਹੈ ਰਜਿਸਟਰ ਤੋਂ ਇਲਾਵਾ, ਉਹ ਜਿਹੜੀ ਮੈਮਰੀ ਹੈ ਉਹ ਯੂਜ਼ਰ ਉਹਨੂੰ ਆਪਣੇ ਮੁਤਾਬਿਕ ਯੂਜ਼ ਕਰ ਸਕਦਾ ਵਾ। ਮੀਨਸ ਕੁਛ ਮੈਮਰੀ ਦਾ ਪਾਰਟ ਜਿਹੜਾ ਵਾ ਉਹ ਰਜਿਸਟਰਸ ਰਹਿਣਗੇ ਤੇ ਕੁਛ ਮੈਮਰੀ ਜਿਹੜੀ ਆ ਉਹ ਯੂਜ਼ਰ ਵਾਸਤੇ ਰੱਖੀ ਗਈ ਹੈ, ਉਹ ਜੋ ਚਾਹੋ ਆਪਾਂ ਉਸ 'ਤੇ ਯੂਜ਼ ਕਰ ਸਕਦੇ ਹਾਂ। ਹੁਣ ਡੇਟਾ ਮੈਮਰੀ ਤੋਂ ਬਾਅਦ ਆਪਣਾ ਅਗਲਾ ਬਲੋਕ ਆਉਂਦਾ ਵਾ ਇਨਪੁਟ ਆਊਟਪੁੱਟ ਪੋਰਟਸ ਦਾ। ਹੁਣ ਇਨਪੁਟ ਆਊਟਪੁੱਟ ਪੋਰਟਸ ਕੀ ਹੁੰਦੇ? ਇਨਪੁਟ ਆਊਟਪੁੱਟ ਪੋਰਟਸ ਪ੍ਰੋਵਾਈਡ ਦਾ ਮਾਈਕਰੋ ਕੰਟਰੋਲਰ ਅ ਫਿਜ਼ੀਕਲ ਕਨੈਕਸ਼ਨ ਟੂ ਦਾ ਆਊਟਸਾਈਡ ਵਰਲਡ। ਵੀ ਜਦੋਂ ਆਪਾਂ ਮਾਈਕਰੋ ਕੰਟਰੋਲਰ ਨੂੰ ਕਿਸੇ ਆਊਟਸਾਈਡ ਵਰਲਡ ਮੀਨਸ ਕਿਸੇ ਹੋਰ ਪੈਰੀਫਰਲਸ ਨਾਲ, ਐਕਸਟਰਨਲ ਪੈਰੀਫਰਲਸ ਨਾਲ ਕਨੈਕਟ ਕਰਨਾ ਹੋਵੇ ਤਾਂ ਆਪਾਂ ਨੂੰ ਕੀ ਚਾਹੀਦੇ ਹੈ? ਇਨਪੁਟ ਆਊਟਪੁੱਟ ਪੋਰਟਸ। ਜਦੋਂ ਆਪਾਂ ਦੇਖਿਆ ਸੀਗਾ ਸੈਂਸਰਸ ਹੈ ਆਪਣੇ ਐਂਡ ਡਿਸਪਲੇ ਹੈ, ਜਦੋਂ ਆਪਾਂ ਸੈਂਸਰ ਜਾਂ ਡਿਸਪਲੇ ਨੂੰ ਕਨੈਕਟ ਕਰਨਾ ਹੈ ਮਾਈਕਰੋ ਕੰਟਰੋਲਰ ਦੇ ਨਾਲ ਤਾਂ ਆਪਾਂ ਨੂੰ ਕੀ ਰਿਕੁਆਇਰਡ ਚਾਹੀਦਾ ਉੱਥੇ? ਇਨਪੁਟ ਆਊਟਪੁੱਟ ਪੋਰਟਸ। Input ports provide a gateway for passing on the data from the outside world with the help of sensors। ਤਾਂ ਇਨਪੁਟ ਪੋਰਟਸ ਕੀ ਕਰਨਗੇ? ਉਹ ਡੇਟਾ ਪ੍ਰੋਵਾਈਡ ਕਰਦੇ ਆ ਆਊਟਸਾਈਡ ਵਰਲਡ ਤੋਂ ਮਾਈਕਰੋ ਕੰਟਰੋਲਰ ਨੂੰ, ਜਿੱਦਾਂ ਆਪਣੇ ਸੈਂਸਰਸ ਹੈ। ਜਿੱਦਾਂ ਆਪਾਂ ਐਗਜ਼ਾਮਪਲ ਦੇਖੀ ਸੀਗੀ ਟੈਂਪਰੇਚਰ ਮੋਨੀਟਰਿੰਗ ਸਿਸਟਮਸ, ਉਹ 'ਚ 3 ਬਲੋਕ ਲੱਗੇ ਹੁੰਦੇ ਆ। ਪਹਿਲਾ ਟੈਂਪਰੇਚਰ ਸੈਂਸਰ, ਦੂਸਰਾ ਮਾਈਕਰੋ ਕੰਟਰੋਲਰ, ਤੀਸਰਾ ਡਿਸਪਲੇ। ਟੈਂਪਰੇਚਰ ਸੈਂਸਰ ਕੀ ਕਰਦਾ ਵਾ? ਕਿਸੇ ਪਰਟੀਕੂਲਰ ਏਰੀਆ ਦਾ ਟੈਂਪਰੇਚਰ ਸੈਂਸ ਕਰਕੇ ਉਹਨੂੰ ਕਨਵਰਟ ਕਰਦਾ ਸੀਗਾ ਇਲੈਕਟ੍ਰੀਕਲ ਸਿਗਨਲ 'ਚ, ਅਤੇ ਫਿਰ ਉਹ ਸਿਗਨਲ ਪ੍ਰੋਵਾਈਡ ਕਰਦਾ ਵਾ ਮਾਈਕਰੋ ਕੰਟਰੋਲਰ ਨੂੰ। ਮੀਨਸ ਜਦੋਂ ਆਪਾਂ ਟੈਂਪਰੇਚਰ ਸੈਂਸਰ ਅਤੇ ਮਾਈਕਰੋ ਕੰਟਰੋਲਰ ਨੂੰ ਆਪਸ 'ਚ ਇੰਟਰਫੇਸ ਜਾਂ ਕਨੈਕਟ ਕਰਨਾ ਹੋਵੇ ਤਾਂ ਆਪਾਂ ਨੂੰ ਮਾਈਕਰੋ ਕੰਟਰੋਲਰ ਦਾ ਕੋਈ ਪੋਰਟ ਚਾਹੀਦਾ ਵਾ ਜੋ ਕਿ ਐਜ਼ ਐਨ ਇਨਪੁਟ ਕੰਮ ਕਰੇ, ਕਿਉਂਕਿ ਆਪਾਂ ਆਊਟਸਾਈਡ ਤੋਂ ਕੁਝ ਇਨਪੁਟ ਦੇ ਰਹੇ ਹਾਂ ਕਿਹਨੂੰ? ਮਾਈਕਰੋ ਕੰਟਰੋਲਰ ਨੂੰ। The data from the input ports is manipulated depending on the application and will determine the data on the output port। ਜਿਹੜਾ ਡੇਟਾ ਆਪਾਂ ਦਿੱਤਾ ਵਾ ਮਾਈਕਰੋ ਕੰਟਰੋਲਰ ਨੂੰ ਇਨਪੁਟ ਪੋਰਟ ਦੇ ਰਾਹੀਂ, ਉਹ ਫਿਰ ਉਹਨੂੰ ਮੈਨੂਪਲੇਟ ਕਰਦਾ ਵਾ, ਮੀਨਸ ਉਹਨੂੰ ਪ੍ਰੋਸੈਸ ਕਰਦਾ ਵਾ, ਫਿਰ ਉਹ ਡਿਟਰਮਾਈਨ ਕਰਦਾ ਵਾ ਕਿ ਆਊਟਪੁੱਟ ਪੋਰਟ 'ਤੇ ਕੀ ਡੇਟਾ ਜਾਣਾ ਚਾਹੀਦਾ ਵਾ। Output ports allow microcontroller to control external devices like motors and LEDs। Generally, all ports in microcontrollers have dual functionality, that is, they can act as both input and output port, not at the same time though। हाँ जी, ਹੁਣ ਜਿਹੜਾ ਆਊਟਪੁੱਟ ਪੋਰਟ ਕੀ ਕਰਦਾ ਵਾ? ਆਊਟਪੁੱਟ ਪੋਰਟ ਮਾਈਕਰੋ ਕੰਟਰੋਲਰ ਨੂੰ ਐਕਸਟਰਨਲ ਡਿਵਾਈਸ ਨਾਲ ਕਨੈਕਟ ਕਰਦਾ ਵਾ, ਜਿੱਦਾਂ ਆਪਣੀ ਮੋਟਰਸ ਹੈ, LEDs ਹੈ ਜਾਂ ਡਿਸਪਲੇ ਹੈ। ਤਾਂ ਆਪਾਂ ਹੁਣੀ ਗੱਲ ਕਰ ਰਹੇ ਸੀਗੇ ਟੈਂਪਰੇਚਰ ਮੋਨੀਟਰਿੰਗ ਸਿਸਟਮ ਦੀ, ਉਹ 'ਚ ਆਪਾਂ ਇਨਪੁਟ ਤਾਂ ਪ੍ਰੋਵਾਈਡ ਕਰਤੀ ਟੈਂਪਰੇਚਰ ਸੈਂਸਰ ਤੋਂ ਮਾਈਕਰੋ ਕੰਟਰੋਲਰ ਨੂੰ, ਲੇਕਿਨ ਜਦੋਂ ਮਾਈਕਰੋ ਕੰਟਰੋਲਰ ਨੂੰ ਪ੍ਰੋਸੈਸ ਕਰੇਗਾ ਫਿਰ ਆਪਾਂ ਨੂੰ ਡਿਸਪਲੇ ਦੀ ਰਿਕੁਆਇਰਮੈਂਟ ਹੋਏਗੀ, ਜਿੱਥੇ ਆਪਾਂ ਟੈਂਪਰੇਚਰ ਦੇਖ ਸਕਦੇ ਹਾਂ ਕਿੰਨਾ ਟੈਂਪਰੇਚਰ ਆ ਰਿਹਾ ਹੋਇਆ ਉਸ ਏਰੀਆ ਦਾ। ਤਾਂ ਫਿਰ ਆਊਟਪੁੱਟ ਪੋਰਟ ਜਿਹੜਾ ਮਾਈਕਰੋ ਕੰਟਰੋਲਰ ਦਾ ਆਊਟਪੁੱਟ ਪੋਰਟ ਹੋਏਗਾ, ਆਪਾਂ ਉਹਦੇ ਨਾਲ ਇੰਟਰਫੇਸ ਜਾਂ ਕਨੈਕਟ ਕਰਾਂਗੇ ਡਿਸਪਲੇ ਨੂੰ, ਫਿਰ ਉੱਥੇ ਪ੍ਰੋਸੈਸਿੰਗ ਕਰਨ ਤੋਂ ਬਾਅਦ ਫਿਰ ਉਹ ਉੱਥੇ ਟੈਂਪਰੇਚਰ ਸ਼ੋ ਕਰੇਗਾ। ਹੁਣ ਜਿਹੜੇ ਆਪਣੇ ਪੋਰਟਸ ਹੁੰਦੇ ਆ ਉਹਨਾਂ ਦਾ ਡੂਅਲ ਫੰਕਸ਼ਨ ਹੈ। ਡੂਅਲ ਫੰਕਸ਼ਨ ਮਤਲਬ ਕਿ ਉਹ ਇਨਪੁਟ ਪੋਰਟ ਦੀ ਤਰ੍ਹਾਂ ਵੇਟ ਕਰ ਸਕਦੇ ਆ ਅਤੇ ਆਊਟਪੁੱਟ ਪੋਰਟ ਤਰ੍ਹਾਂ ਦੀ ਵੇਟ ਕਰ ਸਕਦੇ ਆ, ਲੇਕਿਨ ਸੇਮ ਟਾਈਮ 'ਤੇ ਉਹ ਦੋਨੋਂ ਕੰਮ ਨਹੀਂ ਕਰ ਸਕਦੇ। ਇੱਕ ਟਾਈਮ 'ਤੇ ਇੱਕ ਕੰਮ ਹੀ ਕਰਨਗੇ, ਜਾਂ ਤਾਂ ਇਨਪੁਟ ਪੋਰਟ 'ਤੇ ਐਕਟ ਕਰਨਗੇ ਜਾਂ ਆਊਟਪੁੱਟ ਪੋਰਟ ਦੀ ਤਰ੍ਹਾਂ। ਦੇਰ ਆਰ 4 IO ਇਨਪੁਟ ਆਊਟਪੁੱਟ ਪੋਰਟਸ ਇਨ 8051 ਮਾਈਕਰੋ ਕੰਟਰੋਲਰ। ਤਾਂ 4 ਆਪਣੇ ਕੋਲ ਇਨਪੁਟ ਆਊਟਪੁੱਟ ਪੋਰਟਸ ਹੈ 8051 'ਚ, ਜਿਹੜੇ ਡੂਅਲ ਫੰਕਸ਼ਨੈਲਿਟੀ ਵਾਲੇ ਹੈ। ਮੀਨਸ ਉਹ ਇਨਪੁਟ ਪੋਰਟ ਦੀ ਤਰ੍ਹਾਂ ਵੇਟ ਕਰ ਸਕਦੇ ਆ ਅਤੇ ਆਊਟਪੁੱਟ ਪੋਰਟ ਦੀ ਵੇਟ ਕਰ ਸਕਦੇ ਆ। ਕਿਹੜੇ 4 ਪੋਰਟਸ ਹੈ? ਪੋਰਟ 0, ਪੋਰਟ 1, ਪੋਰਟ 2 ਅਤੇ ਪੋਰਟ 3। ਚਾਰੋਂ ਪੋਰਟਸ ਆਪਾਂ ਡਿਸਕਸ ਕੀਤਾ ਸੀ ਆਲਰੇਡੀ ਕਿ ਚਾਰੋਂ ਪੋਰਟਸ ਜਿਹੜੇ ਉਹ 8 ਬਿਟ ਦੇ ਹੁੰਦੇ ਹੈ, ਅਤੇ ਚਾਰੋਂ ਪੋਰਟਸ ਡੂਅਲ ਫੰਕਸ਼ਨੈਲਿਟੀ ਹੁੰਦੀ ਇਹਨਾਂ ਦੀ, ਪੋਰਟ 0, ਪੋਰਟ 1, ਪੋਰਟ 2 ਅਤੇ ਪੋਰਟ 3 ਦੀ। ਲੇਕਿਨ ਇੱਕ ਟਾਈਮ 'ਤੇ ਇੱਕ ਪੋਰਟ ਜਿਹੜਾ ਵਾ ਉਹ ਇਨਪੁਟ ਅਤੇ ਆਊਟਪੁੱਟ ਦੋਨੋਂ ਵੇ ਨਾਲ ਕੰਮ ਨਹੀਂ ਕਰ ਸਕਦਾ। ਠੀਕ ਹੈ, ਜੇ ਮੰਨ ਲਓ ਆਪਾਂ ਪੋਰਟ 0 ਨੂੰ ਸੈਂਸਰ ਨਾਲ ਵੀ ਇੰਟਰਫੇਸ ਕਰ ਦਈਏ, ਡਿਸਪਲੇ ਨਾਲ ਵੀ ਇੰਟਰਫੇਸ ਕਰ ਦਈਏ, ਤਾਂ ਉਹ ਆਪਣਾ ਪੋਸੀਬਲ ਨਹੀਂ ਹੈ। ਮੀਨਸ ਉਹ ਡਾਟਾ ਇਨਪੁਟ ਲੈ ਵੀ ਰਿਹਾ ਵਾ ਅਤੇ ਆਊਟਪੁੱਟ ਵੀ ਦੇ ਰਿਹਾ। ਕਿਉਂਕਿ ਪਹਿਲੇ ਆਪਾਂ ਨੂੰ ਡਿਫਾਈਨ ਕਰਨਾ ਪਏਗਾ ਕਿ ਕਿਹੜਾ ਅਸੀਂ ਜਿਹੜਾ ਪੋਰਟ ਹੈ ਉਹਨੂੰ ਐਜ਼ ਐਨ ਇਨਪੁਟ ਯੂਜ਼ ਕਰ ਰਹੇ ਹਾਂ ਕਿ ਐਜ਼ ਐਨ ਆਊਟਪੁੱਟ ਯੂਜ਼ ਕਰ ਰਹੇ ਹਾਂ।
ਹੁਣ अगला अपना टॉपिक आंदा वै सीरियल पोर्ट। अपने कोल एक सीरियल पोर्ट है 8051 च। ਜਿਹੜੇ इनपुट आउटपुट पोर्ट ਸੀਗੇ ਉਹ ਆਪਣੇ ਹੁੰਦੇ ਆ पैरेलल पोर्ट्स। पैरेलल पोर्ट्स मतलब की है कि डाटा एक टाइम ਤੇ ही सारा ट्रांसफर हो रहा है, लेकिन सीरियल पोर्ट्स की ਹੁੰਦਾ है कि बिट वाइज ट्रांसफर ਹੁੰਦਾ है। मीनस पहले 1 बिट, फिर सेकंड बिट, फिर थर्ड बिट, मीनस डाटा सीरियली ट्रांसफर हो रहा है सीरियल पोर्ट के थ्रू। 8051 contains UART, यूनिवर्सल एसिंक्रोनस रिसीवर ट्रांसमीटर। मीनस 8051 च एक UART ਹੁੰਦੀ ਹੈ। UART ਦੀ ਫੁੱਲ ਫਾਰਮ ਆਪਾਂ ਦੇਖੀਏ ਇੱਥੇ ਉਹਨੇ ਕੀ ਲਿਖੀ ਹੈ, ਯੂਨੀਵਰਸਲ एसिंक्रोनस रिसीवर ट्रांसमीटर। मीनस ਇਹ 'ਚ ਡਾਟਾ ਜਿਹੜਾ ਟਰਾਂਸਫਰ ਹੁੰਦਾ ਵਾ ਉਹ एसिंक्रोनसली ਹੁੰਦਾ ਵਾ। मीनस ਆਪਾਂ ਨੂੰ ਸਿੰਕਰੋਨਾਈਜ਼ ਦੀ ਜ਼ਰੂਰਤ ਨਹੀਂ ਹੈ ਕਿ ਮੰਨ ਲਓ ਦੋ ਡਿਵਾਈਸ ਆਪਾਂ ਡਾਟਾ ਕਮਿਊਨੀਕੇਟ ਕਰਾਉਣਾ ਵਾ, ਡਾਟਾ ਟਰਾਂਸਫਰ ਕਰਾਉਣਾ ਵਾ, ਤਾਂ ਆਪਾਂ ਨੂੰ ਪਹਿਲੇ ਦੋਵਾਂ ਨੂੰ ਸੇਮ ਕਲੋਕ ਪ੍ਰੋਵਾਈਡ ਕਰਨੀ ਪਏਗੀ। ਮੀਨਸ ਉਹਨਾਂ ਨੂੰ ਆਪਾਂ ਸਿੰਕਰੋਨਾਈਜ਼ ਕਰਨਾ ਪਏਗਾ, ਉਹ ਆਪਣਾ ਹੁੰਦਾ ਵਾ ਸਿੰਕਰੋਨਸ। ਲੇਕਿਨ ਇੱਥੇ ਆਪਾਂ ਨੂੰ ਉਹ ਚੀਜ਼ ਦੀ ਲੋੜ ਨਹੀਂ ਹੈ, ਕਿਉਂਕਿ ਆਪਣਾ ਜਿਹੜਾ ਡੇਟਾ ਇੱਥੇ ਟਰਾਂਸਫਰ ਹੋਏਗਾ ਉਹ ਹੋਏਗਾ एसिंक्रोनसली। ਤੇ ਰਿਸੀਵਰ ਟਰਾਂਸਮੀਟਰ ਮਤਲਬ ਦੋਨੋਂ ਚੀਜ਼ ਦੇ ਵਿੱਚ ਰਿਸੀਵਰ ਵੀ ਹੈ ਚ ਤੇ ਟਰਾਂਸਮੀਟਰ ਵੀ ਹੈ। ਮੀਨਸ ਇਹ ਫੁੱਲ ਡੁਪਲੈਕਸ ਹੈ। फुल डुप्लेक्स मतलब की है, इट कैन ट्रांसमिट एंड रिसीव डेटा एट द सेम टाइम। मीन सेम टाइम ते डेटा नूं ट्रांसमिट भी कर सकता है तो रिसीव भी कर सकता है। तो अगे आप गल कर चुके हैं एसिंक्रोनस कि ये एसिंक्रोनसली डाटा जोड़ा वा ट्रांसफर करता है। मीनस आपां नूं स्टार्ट बिट तो स्टॉप बिट चाहिए होएगी। पहले आप स्टार्ट बिट सेंड करते हैं कि अपने जी ट्रांसफर है वो स्टार्ट होने वाला है। फिर स्टार्ट बिट तो बाद फिर आप अपना एक्चुअल डेटा सेंड करते हैं। फिर जो ट्रांसफर हो जाता है फिर आप स्टॉप बिट सेंड करते हैं जो कि डिफाइन करता है कि डेटा जोड़ा वा सारा ट्रांसमिट हो चुका है। द डेटा रेट और बॉड रेट इज़ कंट्रोल्ड बाय टाइमर 1। जी डेटा रेट या बॉड रेट है वो कौन कंट्रोल करता है 8051 वो करेगा टाइमर 1। दो टाइमर्स होंगे टाइमर 0 तो टाइमर 1। तो टाइमर 1 जोड़ा वै वो कंट्रोल करता वै बॉड रेट नूं। बॉड रेट की होंदी है जो आप किसी दो डिवाइसिस नूं आपस कम्यूनीकेट कराना हुंदा वै तो आप देखते हैं कि दोवां दा सिंक्रोनाइज होना बहुत जरूरी है ना। तो जिहड़ा दूसरा डिवाइस है क्योंकि UART च की है फ्लैक्सीबिलिटी हैगी अपने कोल बॉड रेट दी। 8051 मान लो आप 8051 किसी होर डिवाइस नाल इंटरफेस किया हुआ है तो पहले आप जो दूसरा डिवाइस है वो बॉड रेट चैक करांगे। जिन्नी वो बॉड रेट होएगी फिर आप 8051 की बॉड रेट नूं सैट करते हैं। सैट करने तो बाद फिर आप डाटा जोड़ा वो ट्रांसमिट करते हैं या रिसीव करते हैं। तो जो बॉड रेट है वो कौन कंट्रोल करता है, वो टाइमर 1 द्वारा होंगी कंट्रोल। मीनस आप बॉड रेट में चेंज कर सकते हैं थ्रू टाइमर 1। हुण अपना अगला ब्लॉक है क्लॉक जनरेटर ओसीलेटर। क्लॉक जनरेटर मतलब क्या है कि अपन कोई क्लॉक चाहिए है, आप क्लॉक जनरेट करते हैं, प्रोवाइड करते हैं CPU नूं कि वो प्रॉपर फंक्शनैलिटी प्रॉपर जो काम कर सके। A clock signal allows the operations inside the microcontroller and other parts to be synchronous। मतलब कि जो क्लॉक सिग्नल है वो की कर रहा है, जोड़े ऑपरेशन हो रहे हैं माइक्रो कंट्रोलर या फिर अदर पार्ट्स जोड़े लगे हुए हैं जब टाइमर्स है मैमरी है वो उन्होंने आपस की कर सके सिंक्रोनाइज कर सके। A clock generator is an integral part of the microcontroller's architecture and the user has to provide an additional timing circuit in the form of a crystal। ਆਪਾਂ ਨੂੰ एक्सटर्नली क्रिस्टल ओसीलेटर लाना पैंदा है ताकि जी टाइमिंग सर्किट है वो प्रॉपर प्रोवाइड हो सके जोड़े अपनी क्लॉक जनरेटर का सर्किट है। तो हरेक माइक्रो कंट्रोलर च क्लॉक प्रोवाइड की जाती है। तो 8051 की जी असी फ्रिक्वेंसी है वो नॉर्मली ਆਪਾਂ ਹੁੰਦੀ अपनी 11.0592 मेगाहर्ट्ज। तो अब आम तौर पर 12 मेगाहर्ट्ज का क्रिस्टल ओसीलेटर यूज़ करते हैं क्लॉक प्रोवाइड करने वास्ते। हूँ नैक्सट अपना ब्लॉक है इंटरप्ट्स। ਅਸੀਂ ਹੁਣ ਆਪਾਂ इंटरप्ट्स के बारे डिस्कस करते हैं। इंटरप्ट कंट्रोल ਹੁਣ इंटरप्ट की होंगी है एज इट्स नेम सजेस्ट इंटरप्ट इज़ अ सबरूटीन कॉल that interrupts of the microcontroller's main operations or work and causes it to execute any other program
ਵਿਚ ਇਜ਼ ਮੋਰ ਇੰਪੋਰਟੈਂਟ ਐਟ ਦਾ ਟਾਈਮ ਆਫ ਆਪਰੇਸ਼ਨ। ਮੀਨਸ ਜਦੋਂ ਅਸੀਂ ਮੰਨ ਲਓ ਕੋਈ ਮੇਨ ਕੰਮ ਆਪਣਾ ਚੱਲ ਰਿਹਾ ਵਾ, ਮੀਨਸ 8051 ਕੋਈ ਮੇਨ ਕੰਮ, ਮੇਨ ਪ੍ਰੋਗਰਾਮ ਆਪਣਾ ਐਗਜ਼ੀਕਿਊਟ ਕਰ ਰਿਹਾ ਵਾ, ਲੇਕਿਨ ਉਸੇ ਟਾਈਮ 'ਤੇ ਆਪਾਂ ਨੂੰ ਕੋਈ ਹੋਰ ਕੰਮ ਆਪਾਂ ਕਰਾਉਣਾ ਚਾਹੁੰਦੇ ਹਾਂ 8051 ਤੋਂ, ਜੋ ਕਿ ਇੰਪੋਰਟੈਂਟ ਹੈ, ਜਿਹੜਾ ਆਲਰੇਡੀ ਮੇਨ ਜਿਹੜਾ ਆਪਰੇਸ਼ਨ ਉਹਦਾ ਹੋ ਰਿਹਾ ਵਾ। ਅਤੇ ਆਪਾਂ ਕੀ ਕਰਾਂਗੇ, ਫਿਰ ਆਪਾਂ ਮੇਨ ਜਿਹੜਾ ਆਪਰੇਸ਼ਨ ਹੈ ਉਹਨੂੰ ਰੋਕ ਕੇ, ਉਹਨੂੰ ਇੰਟਰਪਟ ਕਰਕੇ, ਉੱਥੇ ਆਪਾਂ ਨੂੰ ਸਟੋਪ ਕਰਕੇ, ਫਿਰ ਆਪਾਂ ਜਿਹੜਾ ਆਪਣਾ ਇੰਪੋਰਟੈਂਟ ਵਰਕ ਹੈ ਆਪਾਂ ਉਹਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਇਹ ਆਪਣੀ ਤਰ੍ਹਾਂ ਦੀ ਕੀ ਹੈ, ਇੰਟਰਪਟ। The feature of interrupt is very useful as it helps in case of emergency operations। ਇਹਦਾ ਕੀ ਬੈਨੀਫਿਟ ਹੈ ਇੰਟਰਪਟ ਦਾ, ਕਿ ਆਪਾਂ ਨੂੰ ਕੋਈ ਐਮਰਜੈਂਸੀ ਆਪਰੇਸ਼ਨ ਕੈਰੀ ਕਰਨਾ ਵਾ, ਆਪਰੇਟ ਕਰਨਾ ਵਾ, ਤਾਂ ਆਪਾਂ ਉੱਥੇ ਇਹਦਾ ਯੂਜ਼ ਕਰ ਸਕਦੇ ਹਾਂ। An interrupt gives us a mechanism to put on hold the ongoing operations, execute a subroutine, and then again resumes to another type of operations। ਠੀਕ ਹੈ, ਮਤਲਬ ਅਸੀਂ ਇੰਟਰਪਟ ਰਾਹੀਂ ਕੀ ਕਰ ਸਕਦੇ ਹਾਂ, ਅਸੀਂ ਜਿਹੜਾ ਆਪਣਾ ਔਨਗੋਇੰਗ ਜਿਹੜਾ ਆਪਣਾ ਕੰਮ ਚੱਲ ਰਿਹਾ ਹੈ ਉਹਨੂੰ ਅਸੀਂ ਹੋਲਡ 'ਤੇ ਰੱਖ ਕੇ, ਉਹਨੂੰ ਥੋੜ੍ਹੀ ਦੇਰ ਲਈ ਆਪਾਂ ਰੋਕ ਕੇ, ਫਿਰ ਆਪਾਂ ਕੋਈ ਸਬਰੂਟੀਨ ਨੂੰ ਐਗਜ਼ੀਕਿਊਟ ਕਰਦੇ ਹਾਂ, ਫਿਰ ਆਪਾਂ ਵਾਪਿਸ ਕੋਈ ਹੋਰ ਕੰਮ ਜਾਂ ਕੋਈ ਹੋਰ ਆਪਰੇਸ਼ਨ ਆਪਾਂ ਕੈਰੀ ਔਨ ਕਰ ਸਕਦੇ ਹਾਂ। The microcontroller 8051 can be configured in such a way that it temporarily terminates or pause the main program at the occurrence of interrupts। ਜਿਹੜਾ 8051 ਮਾਈਕਰੋ ਕੰਟਰੋਲਰ ਹੈ ਉਹਨੂੰ ਇੱਦਾਂ ਕਨਫਿਗਰ ਕੀਤਾ ਗਿਆ ਵਾ, ਇੱਦਾਂ ਡਿਜ਼ਾਈਨ ਕੀਤਾ ਗਿਆ ਵਾ ਕਿ ਉਹ ਥੋੜ੍ਹੀ ਦੇਰ ਵਾਸਤੇ, ਮੀਨਸ ਟੈਂਪਰੇਰੀਲੀ ਜਿਹੜਾ ਆਪਣਾ ਕੰਮ ਚੱਲ ਰਿਹਾ ਉਹਦਾ ਮੇਨ, ਉਹਨੂੰ ਰੋਕ ਦੇਵੇ, ਫਿਰ ਉਹ ਕੀ ਕਰੇ, ਜਿਹੜੀ ਇੰਟਰਪਟ ਆਈ ਉਹਨੂੰ ਰਿਸੀਵ ਕਰਕੇ ਫਿਰ ਉਹ ਕੰਮ ਕਰਨਾ ਸ਼ੁਰੂ ਕਰ ਦੇਵੇ। When a subroutine is completed, then the execution of main program starts। ਜਦੋਂ ਇੰਟਰਪਟ ਆਈ ਸੀਗੀ ਤਾਂ ਉਹ ਸਬ ਪ੍ਰੋਗਰਾਮ ਸਟਾਰਟ ਹੋ ਗਿਆ, ਮੇਨ ਪ੍ਰੋਗਰਾਮ ਉਹਨੇ ਰੋਕਤਾ, ਮੇਨ ਪ੍ਰੋਗਰਾਮ ਰੋਕ ਕੇ ਉਹਨੇ ਸਬ ਰੂਟੀਨ ਨੂੰ ਸ਼ੁਰੂ ਕਰਤਾ ਐਗਜ਼ੀਕਿਊਟ ਕਰਨਾ। ਫਿਰ ਜਦੋਂ ਸਬ ਰੂਟੀਨ ਖਤਮ ਹੋਏਗੀ ਤਾਂ ਫਿਰ ਉਹ ਵਾਪਿਸ ਮੇਨ ਪ੍ਰੋਗਰਾਮ 'ਤੇ ਆ ਜਾਏਗਾ ਅਤੇ ਉਹਨੂੰ ਐਗਜ਼ੀਕਿਊਟ ਕਰਨਾ ਸਟਾਰਟ ਕਰ ਦੇਗਾ, ਅਤੇ ਜਿੱਥੇ ਰੋਕਿਆ ਹੋਏਗਾ ਮੇਨ ਪ੍ਰੋਗਰਾਮ ਨੂੰ ਉੱਥੋਂ ਹੀ ਉਹਨੂੰ ਸਟਾਰਟ ਕਰੇਗਾ ਐਗਜ਼ੀਕਿਊਟ ਕਰਨਾ। Generally 5 interrupt sources are there in 8051 microcontroller। There are 5 vectored interrupts are shown in below। अपने को 8051 ਵਿੱਚ 5 ਇੰਟਰਪਟ ਹੈ, 3 ਇੰਟਰਨਲ ਤੇ 2 ਐਕਸਟਰਨਲ, ਤੇ 5 ਜਿਹੜੀ ਇੰਟਰਪਟਸ ਹੈ ਉਹ ਸਾਰੀਆਂ ਵੈਕਟਰਡ ਇੰਟਰਪਟਸ ਹੈ। ਮੀਨਸ ਸਾਰਿਆਂ ਦਾ ਆਪਣਾ ਇੱਕ ਐਡਰੈਸ ਹੈ ਪ੍ਰੋਪਰ। ਮੀਨਸ ਅਗਰ ਆਪਾਂ ਕੋਈ ਇੰਟਰਪਟ ਨੂੰ ਐਗਜ਼ੀਕਿਊਟ ਕਰਾਂਗੇ, ਅਗਰ ਆਪਾਂ ਇੰਟਰਪਟ ਦੇ ਰਹੇ ਹਾਂ 8051 'ਚ, ਤਾਂ ਉਹ ਪਰਟੀਕੂਲਰ ਐਡਰੈਸ ਤੋਂ ਸਟਾਰਟ ਹੋਏਗੀ। ਮੀਨਸ ਹਰ ਇੰਟਰਪਟ ਦਾ ਆਪਣਾ ਇੱਕ ਐਡਰੈਸ ਹੋਏਗਾ। ਹੁਣ ਕਿਹੜੀਆਂ 5 ਇੰਟਰਪਟਸ ਹੈ, ਪਹਿਲੀ ਆਪਣੀ INT 0 ਮੀਨਸ ਇੰਟਰਪਟ 0, ਇਹ ਆਪਣੀ ਐਕਸਟਰਨਲ ਇੰਟਰਪਟ ਹੈ। ਦੂਸਰੀ ਹੈ TF0 ਟਾਈਮਰ ਫਲੈਗ 0, ਇਹ ਆਪਣੀ ਇੰਟਰਨਲ ਇੰਟਰਪਟ ਹੈ। थर्ड है INT 1 मतलब इंटरप्ट 1, ये अपनी एक्सटर्नल इंटरप्ट है। फोर्थ है TF1 टाइमर फ्लैग 1, ये अपनी इंटरनल इंटरप्ट है। तो लास्ट है अपनी RI ते TI, ये अपनी सीरियल पोर्ट है, अपना सीरियल जब डाटा सेंड या रिसीव करते हैं, ट्रांसमिट या रिसीव, ये वो इंटरप्ट है। RI रिसीव तो TI ट्रांसमिट इंटरप्ट। ठीक है, तो 5 इंटरप्ट्स है, तो RI ਤੇ TI ਜਿਹੜੀ इंटरप्ट है अपनी वो भी इंटरनल इंटरप्ट है। तो 3 इंटरनल अपने को हो गई कि TF0 TF1 ਤੇ RI/TI। तो 2 अपने को एक्सटर्नल इंटरप्ट्स हो गई INT 0 ਤੇ INT 1, इंटरप्ट 0 एंड इंटरप्ट 1। नैक्सट है अपना बस की होंगी है। बेसिकली बस इज़ अ कलैक्शन ऑफ वायर्स विच वर्क एज अ कम्युनिकेशन चैनल और मीडियम फॉर ट्रांसफर ऑफ डेटा। मीनस एक तरह का कि एक मीडियम है, एक अपना चैनल है कम्युनिकेशन वास्ते, जो कि एक कलैक्शन ऑफ वायर्स का है। मीनस डाटा नू की है लैके जा रहा है एक पॉइंट तो दूसरे पॉइंट तक। ठीक है, बस जनरली बस की होंगी है कलैक्शन ऑफ वायर्स। These buses consist of 8, 16 or more wires of the microcontroller. Thus, these can carry 8 bits, 16 bits simultaneously।
ਹੁਣ ਆਪਾਂ ਕਹਿ ਰਹੇ ਹਾਂ ਬੱਸਿਸ ਕੀ ਹੈ, ਕਲੈਕਸ਼ਨ ਆਫ ਵਾਇਰਸ ਹੈ। ਹੁਣ ਜਿਹੜੀ ਵਾਇਰਸ ਆ ਉਹ 8 ਵੀ ਹੋ ਸਕਦੀਆਂ ਮੈਂ 16 ਵੀ ਹੋ ਸਕਦੀਆਂ ਮੈਂ ਤਾਂ ਜ਼ਿਆਦਾ ਵੀ ਹੋ ਸਕਦੀਆਂ। ਹੁਣ ਜੇ 8 ਵਾਇਰਸ ਹੈ ਤਾਂ ਉਹ 8 ਬਿਟ ਡਾਟਾ ਲੈ ਕੇ ਜਾ ਰਹੀ ਹੈ, ਜੇ 16 ਵਾਇਰ ਹੈ ਤਾਂ ਉਹ 16 ਬਿਟ ਡਾਟਾ ਲੈ ਕੇ ਜਾ ਰਹੀ ਹੈ ਸਾइमल्टेनियसली। मीन्स एक वायर एक बिट लेके जाएगी, 8 वायर्स 8 बिट्स लेके जाएगी, 16 वायर्स 16 बिट्स लेके जाएगी। ठीक है, तो अगर आप कहने हैं कि अपने को डेटा बस 8 बिट्स दी है तो इट मीनस अपने को 8 वायर्स है जो कि साइमल्टेनियसली डेटा जा रहा है। मीनस 8 बिट 8 बिट की है, एको टाइम ते ही ट्रैवल कर रहे हैं, एको टाइम ते ही वो ट्रांसफर हो रहे हैं एक जगह तो दूसरी जगह ते। देयर आर बेसिकली 2 टाइप्स ऑफ बसिस। अपने को बेसिकली 2 तरह की बसिस होंदियां मैं किहड़ी एड्रैस बस ते डेटा बस। एड्रैस बस की है, माइक्रो कंट्रोलर 8051 हैज़ a 16-bit address bus for transferring the data. It is used to address the memory locations and to transfer the address from CPU to memory of the microcontroller। तो एड्रैस बस अपने को 8051 की 16 बिट की होंगी है। ਇਹ ਕੀ ਕੰਮ ਕਰਦੀ ਹੈ, ਇਹ ਆਪਣੇ ਵਾਸਤੇ ਐਡਰੈਸ ਜਿਹੜੇ ਹੈਗੀ ਹੈ, ਜਿਹੜੇ ਮੈਮਰੀ ਲੋਕੇਸ਼ਨਸ ਦਾ ਐਡਰੈਸ ਹੈ ਉਹਨਾਂ ਨੂੰ ਟਰਾਂਸਫਰ ਕਰਦੀ ਹੈ ਤੇ ਕਿੱਥੋਂ CPU ਤੋਂ ਮੈਮਰੀ ਤੱਕ। ਡੇਟਾ ਬੱਸ ਹੈ ਨੈਕਸਟ। ਡੇਟਾ ਬੱਸ ਕੀ ਹੈ ਆਪਣੀ, ਮਾਈਕਰੋ ਕੰਟਰੋਲਰ 8051 हैज़ 8 bits of data bus which is used to carry data of particular applications। और ਆਪਾਂ ਕਿਸੇ ਐਪਲੀਕੇਸ਼ਨ ਵਾਸਤੇ ਕੋਈ ਪਾਰਟੀਕੂਲਰ ਐਪਲੀਕੇਸ਼ਨ ਵਾਸਤੇ ਆਪਾਂ ਕੋਈ ਡੇਟਾ ਲੈ कैरी करना हमें तो डेटा बस आप यूज़ करते हैं। तो 8051 अपने को 8 बिट्स की डेटा बस है। नैक्सट ब्लॉक है अपना टाइमर्स ऑब्लिक काउंटर्स। अपने को कितने टाइमर्स है 8051 2 है। 8051 माइक्रो कंट्रोलर हैज़ 2 16-bit टाइमर्स एंड काउंटर्स। मीन्स 2 अपने को 16 बिट दे दोनों टाइमर्स अपने को अवेलेबल है 8051। These counters are again divided into a 8-bit रजिस्टर। तो जो 16 बिट का टाइमर है उन्होंने अगे डिवाइड किया जाता है 8-8 बिट विच। The timers are used for measurement of intervals to determine the pulse width of pulses। जो टाइमर्स है उन्होंने काम की होंदा है, ये मैजर करते हैं कि कितना इंटरवल है पल्स विड्थ विच जो अपनी पल्सिस है, जो अपनी पल्स होएगी उन्होंने विड्थ विच कितना टाइम लग रहा है मैं कितना या फिर इंटरवल है दोवां दे विच। उन्हें फिगर देखो टाइमर्स की, 2 टाइमर्स है T0 तो T1 दोनों 16 बिट के है। फिर अगे इन्होंने डिवाइड किया हुआ 8-8 बिट्स विच T0 TL0 तो TH0 हो गया, T1 TL1 तो TH1। इतने TL मतलब है टाइमर लोअर, TH मतलब है टाइमर हायर। मीन लोअर 8 बिट्स, H मतलब हायर 8 बिट्स। तो अज की वीडियो तुसीं देखिया 8051 के ब्लॉक डायग्राम के बारे असी सारे ब्लॉक्स डिस्कस कर लिए है। जो जो ब्लॉक्स 8051 च लगे हुए है, जिदा असीं गल कर रहे हैं CPU सेंट्रल प्रोसैसिंग यूनिट की, मैमरी अपनी है 128 बाइट्स रैम है, 4K रोम है, 2 टाइमर्स है दोनों 16 बिट के है, 4 इनपुट आउटपुट पोर्ट्स है जिन्होंने आप पैरल पोर्ट्स भी कहने हैं, P0 P1 P2 तो P3, एक फुल डुपलैक्स सीरियल पोर्ट है जिसे TXT तो RXT 2 पिनस होंगियाँ। TXT मतलब डेटा ट्रांसमिट करने वास्ते है तो RXT मतलब डेटा रिसीव करने वास्ते है। उस तो बाद अपने को डेटा बस है तो एड्रैस बस है। जी डेटा बस है वो 8 बिट की होंगी है, एड्रैस बस अपने को 16 बिट की होंगी है। तो फिर अपने को ओसीलेटर आ जाता है ऑन चिप, आपां एक्सटर्नली क्यूआर्ट्ज क्रिस्टल लगाना पैंदा है फ्रिक्वेंसी प्रोवाइड करने वास्ते CPU नूं। ते नॉर्मली जो 8051 है वो 11.0592 मेगाहर्ट्ज फ्रिक्वेंसी ते वर्क करता है। तो अपने को 5 इंटरप्ट्स है 8051 इंटरप्ट आप देखिया ही अज कि एक सबरूटीन कॉल है जो आप मान लो कोई अपना कोई इंपोर्टेंट वर्क है, कोई एमरजेंसी है अपनी, तो आप उस टाइम की है CPU नूं रोक के इंटरप्ट द्वारा आप कोई इंपोर्टेंट काम अपना करवा सकते हैं। मीनस कुछ टाइम लिए आप मेन प्रोग्राम रोक के फिर आप जो इंपोर्टेंट जो अपना वर्क है जो आप कराना चाहते हैं आप इंटरप्ट राही करा सकते हैं। तो 5 इंटरप्ट्स अपने को टोटल 8051 3 इंटरनल है 2 एक्सटर्नल इंटरप्ट्स है। तो इन्हों कंट्रोल कौन करता वा इंटरप्ट कंट्रोल।
ਤੇ ਦੋ ਮੈਮਰੀ ਸੀਗੀਆਂ ਤੇ ਆਪਣਾ ਜਿਹੜਾ 8051 ਹੈ ਉਹ ਹਾਰਵਰਡ ਆਰਕੀਟੈਕਚਰ ਤੇ ਬੇਸ ਹੈ। ਤੇ ਜੇ ਆਪਾਂ ਗੱਲ ਕਰੀਏ ਰਿਸਕ ਤੇ ਸਿਸਕ ਦੀ ਤਾਂ ਆਪਣਾ 8051 ਬੇਸ ਹੈ ਸਿਸਕ ਬੇਸਡ। ਸਿਸਕ ਮਤਲਬ ਕੰਪਲੈਕਸ ਇੰਸਟਰਕਸ਼ਨ ਸੈਟ ਕੰਪਿਊਟਰ। ਤੇ CPU 'ਚ ਕੀ ਹੁੰਦਾ ਵਾ, CPU 'ਚ ALU ਤੇ CU ਲੱਗਾ ਹੁੰਦਾ ਵਾ। ALU ਮਤਲਬ ਅਰਿਥਮੈਟਿਕ ਲੌਜਿਕ ਯੂਨਿਟ, CU ਮਤਲਬ ਕੰਟਰੋਲ ਯੂਨਿਟ। ਤੇ ਆਪਾਂ ਸਾਰਾ ਆਪਣਾ ਬਲੋਕ ਡਾਇਗਰਾਮ ਦੇਖ ਲਿਆ ਵਾ ਤੇ ਸਾਰੇ ਬਲੋਕਸ ਦੀ ਆਪਾਂ ਇਕੱਲੇ ਇਕੱਲੇ ਦੀ ਡਿਟੇਲ ਸਟੱਡੀ ਵੀ ਕਰ ਲਈ ਹੈ ਕਿ ਇਹਨਾਂ ਦਾ ਕੰਮ ਹੈ ਤੇ ਕਿੰਨੀ ਕਿੰਨੀ ਕੈਪੈਸਿਟੀ ਦੀ ਚੀਜ਼ਾਂ ਲੱਗੀਆਂ ਵਾ 8051 ਦੇ ਅੰਦਰ। ਤੇ ਨੈਕਸਟ ਵੀਡੀਓ 'ਚ ਆਪਾਂ ਜਿਹੜਾ ਲੈਕਚਰ ਹੈ ਆਪਣਾ ਨੈਕਸਟ ਵੀਡੀਓ ਉਹ 'ਚ ਆਪਾਂ ਦੇਖਾਂਗੇ 8051 ਦਾ ਆਰਕੀਟੈਕਚਰ ਤੇ 8051 ਦੇ ਡਿਫਰੈਂਟ ਵਰਜ਼ਨਸ ਫੈਮਿਲੀ। ਆਪਾਂ ਅੱਗੇ ਸਟੱਡੀ ਕਰਾਂਗੇ ਨੈਕਸਟ ਵੀਡੀਓ ਲੈਕਚਰ 'ਚ। ਤੇ ਤੁਸੀਂ ਥੋੜਾ ਆਪਣਾ ਰਿਵਾਈਜ਼ ਕਰ ਲਓ ਨਾਲੇ ਹੁਣ ਤੱਕ ਦਾ। ਠੀਕ ਹੈ, ਓਕੇ।